بسم الله الرحمن الرحيم تبارك الذي بيده الملك وهو على كل شيء قدير الذي خلق الموت والحياة ليبلوكم أيكم أحسن عملا وهو العزيز الغفور. अस्सलाम वालेकुम किसान भराओ, ਤੁਹਾਡਾ ਮੇਜ਼ਬਾਨ ਨਿਦਾਏ ਕਿਸਾਨ ਟੀਵੀ ਦੇ ਚੌਧਰੀ ਅਖਤਰ ਫਾਰੂਕ ਹਾਜ਼ਰ ਹੈ। ਤੁਸੀਂ ਅਹਿਮਦ ਫਿਸ਼ ਫਾਰਮਿੰਗ ਹੈਚਰੀ ਦੇ ਉੱਤੇ ਪ੍ਰੋਗਰਾਮ ਦਾ ਪਹਿਲਾ ਹਿੱਸਾ ਦੇਖਿਆ ਸੀ। ਹੁਣ ਪ੍ਰੋਗਰਾਮ ਦਾ ਬਕਾਇਆ ਹਿੱਸਾ ਤੁਸੀਂ ਦੇਖੋ, ਲੇਕਿਨ ਵੇਖਣ ਤੋਂ ਪਹਿਲਾਂ ਮੇਰੀ ਤੁਹਾਡੇ ਤੋਂ ਇੱਕ ਨਿੱਕੀ ਜਿਹੀ ਰਿਕੁਐਸਟ ਹੈ, ਦਰਖਾਸਤ ਹੈ ਕਿ ਵੀਰੋ ਤੇ ਸੱਜਣੋ ਤੇ ਮਿੱਤਰੋ, ਇਹ ਜਦੋਂ ਤੁਸੀਂ ਪ੍ਰੋਗਰਾਮ ਵੇਖਦੇ ਹੋ, ਵੀਡੀਓ ਵੇਖਦੇ ਹੋ, ਇਹਨੂੰ ਸਬਸਕ੍ਰਾਈਬ ਕਰਨਾ ਬਹੁਤ ਜ਼ਰੂਰੀ ਹੈ। ਇਹਨੂੰ ਲਾਈਕ ਵੀ ਕਰੋ ਤੇ ਇਹਨੂੰ ਸ਼ੇਅਰ ਵੀ ਕਰੋ। ਸਬਸਕ੍ਰਾਈਬ ਕਰਨ ਦਾ ਤਰੀਕਾਕਾਰ ਇਹ ਹੈ ਕਿ ਜਿੱਥੇ ਸਬਸਕ੍ਰਾਈਬ ਲਫ਼ਜ਼ ਲਿਖਿਆ ਉੱਥੇ ਉਹਨੂੰ ਦਬਾਓ, ਫਿਰ ਉਹਦੇ ਨਾਲ ਜਿਹੜੀ ਘੰਟੀ ਹੈ ਉਹਨੂੰ ਘੰਟੀ ਨੂੰ ਦਬਾਓਗੇ ਕਰੋਗੇ ਤੇ ਉਹਦੇ ਨਾਲ ਇਹ ਤੁਹਾਨੂੰ ਫਾਇਦਾ ਹੋਏਗਾ ਕਿ ਕੋਈ ਵੀ ਨਈ ਵੀਡੀਓ ਜਿਹੜੀ ਹੈ ਜਦੋਂ ਵੀ ਅਸੀਂ ਲਾਂਚ ਕਰਨੀ ਹੈ, ਹਰ ਰੋਜ਼ ਅਸੀਂ ਇੱਕ ਨਈ ਵੀਡੀਓ ਲਾਂਚ ਕਰਨੀ ਹੁੰਦੀ ਹੈ, ਉਹ ਵੀਡੀਓ ਜਿਹੜੀ ਹੈ ਤੁਹਾਨੂੰ ਡਾਇਰੈਕਟ ਪਹੁੰਚੇਗੀ ਔਰ ਤੁਹਾਨੂੰ ਨੋਟੀਫਿਕੇਸ਼ਨ ਆ ਜਾਏਗਾ ਤੁਹਾਡੇ ਮੋਬਾਈਲ 'ਤੇ ਕਿ ਜੀ ਵੀਡੀਓ ਆਈ ਹੈ, ਵੇਖ ਲਵੋ। ਤੇ ਇਸ ਲਈ ਇਲਮ ਨਾਲ, ਨਈ ਟੈਕਨੋਲੋਜੀ ਨਾਲ ਬਾਖਬਰ ਰਹਿਣ ਲਈ ਤੁਹਾਡਾ ਹੁਣ ਨਿਦਾਏ ਕਿਸਾਨ ਟੀਵੀ ਦੇ ਨਾਲ ਵਾਬਸਤਾ ਰਹਿਣਾ ਬਹੁਤ ਜ਼ਰੂਰੀ ਹੈ। ਇਹ ਤੁਹਾਡੇ ਲਈ ਅਸੀਂ ਪ੍ਰੋਗਰਾਮ ਬਣਾਉਂਦੇ ਹਾਂ, ਤੁਹਾਡੀ ਬਿਹਤਰੀ ਲਈ ਕਰਨੇ ਆ। ਇਹ ਸਾਰੀਆਂ ਚੀਜ਼ਾਂ ਗੱਲਾਂ ਜਿਹੜੀਆਂ ਦੱਸਣੇ ਆਪਣੇ ਫਾਰਮਰ ਕਮਿਊਨਿਟੀ ਦੀ ਬਿਹਤਰੀ ਲਈ ਦੱਸਣੇ ਆ, ਅਤੇ ਇਸ ਲਈ ਜਿਨ੍ਹਾਂ ਲਈ ਦੱਸਣੇ ਆ ਅਤੇ ਉਹਨਾਂ ਤੱਕ ਵੀ ਨਾ ਪਹੁੰਚੇ ਅਤੇ ਫਿਰ ਉਹਦਾ ਕਰਨ ਦਾ ਕੰਮ ਫਾਇਦਾ ਕੋਈ ਨਹੀਂ ਹੈ। ਅਤੇ ਕਿਸਾਨ ਭਰਾਓ, ਇਹ ਤੁਹਾਡੀ ਜ਼ਿੰਮੇਵਾਰੀ ਸ਼ਾਮਲ ਹੈ ਕਿ ਇਹਨੂੰ ਸ਼ੇਅਰ ਵੀ ਕਰੋ, ਇਹਨੂੰ ਲਾਈਕ ਵੀ ਕਰੋ ਅਤੇ ਇਹਨੂੰ ਸਬਸਕ੍ਰਾਈਬ ਵੀ ਕਰੋ। ਨਿਦਾਏ ਕਿਸਾਨ ਟੀਵੀ ਨੂੰ ਸਬਸਕ੍ਰਾਈਬ ਕਰਨਾ ਤੁਹਾਡੀ ਜ਼ਿੰਮੇਵਾਰੀ 'ਚ ਸ਼ਾਮਲ ਹੈ। ਉਹ ਤੋਂ ਲੋ ਹੁਣ ਤੁਸੀਂ ਪ੍ਰੋਗਰਾਮ ਦਾ ਬਕਾਇਆ ਹਿੱਸਾ ਵੇਖੋ ਜੀ। ਮਾਸ਼ਾਅੱਲਾ ਅਹਿਮਦ ਸਾਹਿਬ ਬੜੀਆਂ ਸੋਹਣੀਆਂ ਗੱਲਾਂ ਕਰਨ ਰਹੇ ਹੋ। ਦਿਲ ਕਰਦਾ ਵੀ ਮੈਂ ਵੀ ਫਿਸ਼ ਫਾਰਮਿੰਗ ਕਰ ਲਵਾਂ, ਲੇਕਿਨ ਕੀ ਕਰਾਂ, ਇੱਕ ਬੰਦਾ ਇੱਕੋ ਹੀ ਕੰਮ ਕਰ ਸਕਦਾ, ਜਾਂ ਮਾਲੂਮਾਤ ਫਰਾਹਮ ਕਰ ਸਕਦਾ ਜਾਂ ਆਪੇ ਕਾਰੋਬਾਰ ਕਰ ਸਕਦਾ। ਹੁਣ ਜ਼ਰਾ ਮੇਰੇ ਕਿਸਾਨਾਂ ਨੂੰ ਇਹ ਦੱਸੋ ਕਿ ਤੁਸੀਂ, ਮੈਂ ਫਿਸ਼ ਲੈ ਵੀ ਲਈ ਹੈ, ਕੰਪਾਊਂਡ ਬਣਵਾ ਵੀ ਲਿਆ, ਸਭ ਕੁਝ ਕਰ ਲਿਆ, ਇਹਦੀ ਖੁਰਾਕ ਕਿਹੜੀ ਕਿਹੜੀ ਹੈ? ਸਾਰੀ ਵੈਰਾਈਟੀਆਂ ਇੱਕੋ ਉਹਦੇ 'ਚ ਪਾਣੀ ਪੈਂਦੀਆਂ ਨੇ ਜਾਂ ਕੀ ਇਹ ਸਾਰਾ ਕੋਈ? ਮੈਂ ਸੁਣਨਾ ਵਾ ਕਿ ਇਹਦੀਆਂ ਵੀ ਕੋਈ ਨਸਲਾਂ ਜਿਹੜੀਆਂ ਨੇ ਉਹ ਫਲੋਰਾਂ ਦੇ ਹਿਸਾਬ ਨਾਲ ਰਹਿੰਦੀਆਂ, ਫਸਟ ਫਲੋਰ, ਗਰਾਊਂਡ ਫਲੋਰ, ਤੇ ਕਿਆ ਇਹ ਗੱਲ ਠੀਕ ਹੈ? ਜ਼ਰਾ ਮੇਰੇ ਨਾਜ਼ਰੀਨ ਨੂੰ ਇਹਦਾ ਤਫਸੀਲ ਨਾਲ ਦੱਸੋ ਜ਼ਰਾ। ਇਹ ਇੱਕ ਫਾਰਮ ਦੇ ਵਿੱਚ ਇਕੱਲੀ ਨਸਲ ਕਦੀ ਵੀ ਨਹੀਂ ਪਲਦੀ ਹੈ। ਇੱਕ ਨਹੀਂ ਕਿ ਰਹੂ ਪਾਈਏ ਤਾਂ ਰਹੂ ਇਕੱਲੀ ਪਲ ਜਾਏਗੀ, ਬਿਲਕੁਲ ਨਹੀਂ। ਇਹ 5 ਨਸਲਾਂ ਪਾਣੀਆਂ ਪੈਂਦੀਆਂ। ਰਹੂ ਪਾ ਲਓ, ਰਹੂ ਸਿਲਵਰ, ਗਰਾਸ, ਥੈਲਾ, ਹਾਈਬ੍ਰਿਡ, ਬਾਕੀਆਂ ਨਸਲਾਂ ਪਾਣੀਆਂ ਪੈਂਦੀਆਂ ਤਾਂ ਮੱਛਲੀ ਪਲਦੀ ਹੈ। ਅਤੇ ਇਹਦੀ ਬੇਸਿਕਲੀ ਖੁਰਾਕ ਹੁੰਦੀ ਹੈ ਰਾਈਸ ਪਾਊਡਰ, ਚਾਵਲਾਂ ਦਾ ਜਿਹੜਾ ਸ਼ੈਲਰ ਤੋਂ ਆਮ ਮਿਲ ਜਾਂਦਾ ਰਾਈਸ ਪਾਊਡਰ, ਠੀਕ ਹੈ। ਅਤੇ ਉਸ ਤੋਂ ਬਾਅਦ ਮੱਝਾਂ ਭੈਂਸਾਂ ਦਾ ਗੋਬਰ ਹੋ ਗਿਆ, ਉਹ ਹੋਣਾ ਚਾਹੀਦਾ। ਅਤੇ ਮਕਈ ਦਾ ਪਾਊਡਰ ਹੋ ਗਿਆ, ਜਿਵੇਂ ਕਿ ਹੁਣ ਤੁਹਾਡੇ ਸਾਹਮਣੇ ਸਾਂ ਪਾਇਆ, ਵੇਖਿਆ ਜੀ ਇਹਨੂੰ ਖਾਣ ਵਾਸਤੇ ਹੁਣ ਕਿਵੇਂ ਮੱਛਲੀ ਆਉਂਦੀ ਆ ਤੁਹਾਡੇ ਸਾਹਮਣੇ ਹੀ ਹੈ, ਵੇਖੋ ਖਾਣ ਵਾਸਤੇ ਆ ਗਈ ਹੈ। ਇੰਝ ਹੀ ਇਹਨੂੰ ਸੁਬਾਹ ਟਾਈਮ ਪਾਉਣਾ ਹੈ ਅਤੇ ਸ਼ਾਮ ਟਾਈਮ ਪਾਉਣਾ ਹੈ। ਇਹਦੀ ਖੁਰਾਕ ਇਹੀ ਹੈ ਜੋ ਇਹਨੂੰ ਖਾਣਾ ਉਹਨਾਂ ਨੇ, ਠੀਕ ਹੈ। ਅਤੇ DAP ਯੂਰੀਆ ਇਹਦੀ ਖੁਰਾਕ ਹੁੰਦੀ ਹੈ। DAP ਜਿਹੜੀ ਹੁੰਦੀ ਹੈ ਹਰ ਹਫ਼ਤੇ ਬਾਅਦ 10 ਕਿਲੋ ਭਿਓ ਕੇ ਪਾਣੀ ਰਾਤ ਨੂੰ ਭਿਓ ਲੈਣੀ ਹੈ, ਅਤੇ ਸੁਬਾਹ ਫਿਰ ਪਾਣੀ ਹਵਾ ਦੇ ਬਹਾਓ ਦੇ ਮੁਤਾਬਕ ਉਸ ਟਾਈਮ ਉੱਧਰਲੇ ਪਾਸੇ ਛੱਟਾ ਕਰ ਦੇਣਾ ਉਹਦਾ। ਅਤੇ ਯੂਰੀਆ ਜਿਵੇਂ ਖੇਤਾਂ ਦੇ ਵਿੱਚ ਤੁਹਾਡੇ ਸਾਹਮਣੇ ਛਾਟਾ ਮਾਰੀਦਾ, ਇੰਝ ਹੀ ਇਹਦੇ ਵਿੱਚ ਯੂਰੀਆ ਦਾ ਫਾਰਮ ਦੇ ਚਾਰੋਂ ਪਾਸੇ ਜਾ ਕੇ ਛੱਟਾ ਮਾਰ ਦੇਣਾ। ਇਹਦੀ ਖੁਰਾਕ ਮੁਨਾਸਿਬ ਜੀ। DAP ਹੈ ਉਹ ਵੀ ਛਿੱਟਾ ਮਾਰਨਾ ਜਾਂ ਕੀ ਉਹਦਾ? ਨਹੀਂ, DAP ਰਾਤ ਨੂੰ ਭਿਓ ਕੇ ਰੱਖ ਲੈਣੀ ਹੈ, ਠੀਕ ਹੈ। ਸਵੇਰੇ ਉਹ ਲਿਕਵਿਡ ਹੋ ਜਾਣਾ, ਖੁਰ ਜਾਣੀ ਹੈ, ਫਿਰ ਫਾਰਮ ਦੇ ਵਿੱਚ ਤੁਹਾਂ ਸੁੱਟ ਦੇਣੀ ਹੈ, ਠੀਕ ਹੈ। ਅਤੇ ਇਹ ਕੋਈ ਮੁਸ਼ਕਲ ਕੰਮ ਨਹੀਂ ਹੈ ਫਾਰਮਿੰਗ, ਠੀਕ ਹੈ। ਬੰਦਾ ਨੌਕਰੀ ਵੀ ਜੇ ਕਰਨਾ ਚਾਹੇ ਨੌਕਰੀ ਕਰੇ, ਠੀਕ ਹੈ। ਸੁਬਾਹ ਆਏ, ਸੈਰ ਦੇ ਬਹਾਨੇ ਮਸਵਾਕ ਕਰੇ, ਆਪਣੇ ਮੁਲਾਜ਼ਮ ਉਹਦਾ ਇੱਕ ਮੁਲਾਜ਼ਮ ਉਹਦੇ ਉੱਤੇ ਰੱਖੇ, ਠੀਕ ਹੈ। ਅਤੇ ਉਹ ਆਪਣੀ ਨਿਗਰਾਨੀ ਦੇ ਵਿੱਚ ਸਵੇਰੇ ਖੁਰਾਕ ਪਵਾਵੇ, ਸ਼ਾਮ ਨੂੰ ਦੁਬਾਰਾ ਡਿਊਟੀ ਤੋਂ ਆਏ ਅਤੇ ਆ ਕੇ ਚੈੱਕ ਕਰੇ ਅਤੇ ਆ ਕੇ ਆਪਣੀ ਨਿਗਰਾਨੀ ਦੇ ਸਾਹਮਣੇ। ਤੁਸੀਂ ਜਿਸ ਤਰ੍ਹਾਂ ਮੱਛੀਆਂ ਮਤਲਬ ਛਾਲਾਂ ਮਾਰਦੀਆਂ, ਖੁਸ਼ੀਆਂ ਨਾਲ ਛਾਲਾਂ ਮਾਰਦੀਆਂ ਜਾਂ ਕਿ ਨੈਚੁਰਲ ਕੋਈ ਤਰੀਕੇਕਾਰ ਹੈ? ਨਹੀਂ, ਖੁਸ਼ੀ ਨਾਲ ਖੁਰਾਕ ਪਾਈਏ, ਖੁਰਾਕ ਖਾਏ, ਖੁਸ਼ੀ ਨਾਲ ਛਾਲਾਂ ਮਾਰ ਰਹੀਆਂ ਨੇ, ਰੱਜੀਆਂ ਨੇ। ਅੱਛਾ, ਰੱਜੀਆਂ, ਮਾਸ਼ਾਅੱਲਾ ਜੀ। ਅੱਛਾ, ਇਹ ਦੱਸੋ, ਇਹ ਕੋਈ ਜਿਹੜੀ ਗੱਲ ਮੈਂ ਅੱਗੇ ਪੁੱਛੀ ਤੁਸੀਂ ਉਹ ਭੁੱਲ ਗਏ ਹੋ, ਫਿਰ ਥੋੜਾ ਦੱਸ ਦਿਓ ਕਿ ਇਹ ਮੱਛਲੀਆਂ ਜਿਹੜੀਆਂ ਨੇ, ਜਿਹੜੀ 5 ਵੈਰਾਈਟੀਆਂ ਨੇ, ਉਹ ਸੁਣਿਆ ਹੈ ਕੋਈ ਸਾਰੀਆਂ ਆਪਣੇ ਆਪਣੇ ਕਿਸੇ ਫਲੋਰ ਤੇ ਖਾਂਦੀਆਂ ਵੀ ਨੇ, ਤੇ ਕੁਝ ਉਹਨਾਂ ਦੇ ਜਿਹੜੇ ਫੁਜ਼ਲਾ ਹੈ ਉਹ ਕੋਈ ਸੁਣਿਆ ਕੋਈ ਉਹ ਵੀ ਕਰ ਜਾਂਦੀ ਨੇ, ਉਹ ਕੋਈ ਹੈ? ਉਹ ਥੋੜਾ ਤਫਸੀਲ ਨਾਲ ਜ਼ਰਾ ਦੱਸੋ। ਜਿਹੜਾ ਸਿਲਵਰ,
थैला हाईब्रिड, ठीक है, तो बिग हैड ये सब तो उतली सतह ते होंदा है, ठीक है। उस तो सतह ते फिर होंदा है ग्रास, फिर होंदा है रऊ, फिर होंदा है सब ना एंड ते बैड ती जिहड़ी सफाई करदा होंदा है मराखी, जिन्हों मोरी भी आंदे ने, ठीक है। सिल्वर हाईब्रिड थैला दी वेट जिहड़ा फलूदा होंदा है ओहदा ग्रास खांदा है, फुजला जिहड़ा ग्रास दा खांदा है, रऊ दा खांदा है, मराखी अपना भी खा लैंदा कि बैड दी सफाई बिल्कुल रखदा है। माशाअल्लाह कुदरती निज़ाम है सफाई दा, बिल्कुल। अच्छा ਇਹਦੇ 'ਚ ਇੱਕ ਹੋਰ ਮੈਨੂੰ ਜ਼ਰਾ ਤਰੀਕੇਕਾਰ ਦੱਸੋ ਕਿ ਜਦੋਂ ਇੱਕ ਫਾਰਮਰ ਹੈ ਕਾਰੋਬਾਰ ਕਰਦਾ ਪਿਆ ਤੇ ਉਹਨੇ 5 ਏਕੜ ਦੇ ਬਣਾ ਵੀ ਲਿਆ ਸਾਰਾ ਕੁਝ ਤੇ ਕੋਈ ਉਹਦੀ ਗਹਿਰਾਈ ਜਾਂ ਉਹਦੀ ਕੋਈ ਉਚਾਈ ਦਾ ਕੋਈ ਉਹ ਵੀ ਕੋਈ ਸਾਇੰਸ ਹੈ ਕੋਈ ਦੱਸੋ ਜ਼ਰਾ। ਉਹਦੀ ਗਹਿਰਾਈ ਜਦੋਂ ਫਾਰਮ ਬਣਾਉਣਾ ਹੈ ਨਾ ਇੱਕ 5 ਏਕੜ ਦਾ, ਇੱਕ ਛੋਟੇ 1 ਏਕੜ ਜੇ 1 ਏਕੜ ਦਾ ਬਣਾਉਣਾ ਹੈ ਉਹਦੇ 'ਚ ਬਿਜ਼ਨਸ ਨਹੀਂ ਆ ਹੋਣਾ, ਕੋਈ ਮੁਨਾਫਾ ਨਹੀਂ ਇੰਨਾ ਹੋਣਾ ਹੈ ਫਿਰ। ਤੇ ਇਹ ਮਤਲਬ ਤੁਹਾਡਾ ਮਸ਼ਵਰਾ ਇਹ ਹੈ ਕਿ ਜਦੋਂ ਵੀ ਜਿਹੜਾ ਕਾਰੋਬਾਰ ਕਰੇ ਉਹ ਕਮ ਸੇ ਕਮ 5 ਏਕੜ ਦਾ ਹੋਣਾ ਚਾਹੀਦਾ, ਇੱਕ ਬੈੱਡ ਪੂਰਾ ਇੱਕ ਬੈਲਟ ਹੋਣੀ ਚਾਹੀਦੀ ਹੈ। ਹਾਂਜੀ 5 ਏਕੜ ਦਾ ਇੱਕੋ ਹੀ ਬੈੱਡ ਬਣਨਾ ਚਾਹੀਦਾ, ਠੀਕ ਹੈ, ਫਾਰਮ ਬਣਨਾ ਚਾਹੀਦਾ। ਉਹਦੀ ਗਹਿਰਾਈ ਕਮ ਸੇ ਕਮ 5 ਤੋਂ 6 ਫੁੱਟ ਗਹਿਰਾਈ ਹੋਣੀ ਚਾਹੀਦੀ ਹੈ, ਜਿਹੜੇ ਉਤਲੇ ਦੇ ਬੰਨ ਨੇ ਉਹ 8 ਤੋਂ 10 ਫੁੱਟ ਚੌੜੇ ਹੋਣੇ ਚਾਹੀਦੇ ਨੇ, ਠੀਕ ਹੈ। ਤੇ ਕਮ ਸੇ ਕਮ 5 ਫੁੱਟ ਉਹਦੇ ਵਿੱਚ ਪਾਣੀ ਰਹਿਣਾ ਚਾਹੀਦਾ, ਖੜਾ ਰਹਿਣਾ ਚਾਹੀਦਾ। ਤੇ ਜਦੋਂ ਪਾਣੀ ਫਾਰਮ ਦੇ ਵਿੱਚ ਗਿਰੇ ਉੱਤੋਂ ਡਿੱਗਣਾ ਚਾਹੀਦਾ, ਬਿਲਕੁਲ ਥੱਲੇ ਨਹੀਂ ਜਾਂਦੇ ਖਾਲਾਂ ਦੇ ਨਹੀਂ ਪਾਣੀ ਤੁਹਾਡਾ ਥੋੜੀ ਜਿਹੀ ਹਾਈਟ ਤੋਂ ਹੋਣਾ ਚਾਹੀਦਾ, ਹਾਈਟ ਤੋਂ ਹੋਣਾ ਚਾਹੀਦਾ, ਉੱਤੋਂ ਡਿੱਗੇ ਕਿ ਪਾਣੀ ਦੇ ਵਿੱਚ ਲਹਿਰ ਬਣੇ, ਆਕਸੀਜਨ ਬਣੇ ਤੇ ਮੱਛਲੀ ਖੁਸ਼ ਹੁੰਦੀ ਹੈ, ਠੀਕ ਰਹਿੰਦੀ ਹੈ। ਤੇ ਉਹ ਫਿਰ ਮੱਛਲੀ ਹਮੇਸ਼ਾ ਪਾਣੀ ਦੀ ਮੁਖਾਲਫ ਸਿਮਤ 'ਚ ਚੱਲਦੀ ਹੈ। ਅੱਛਾ ਇਹਦੇ ਵਿੱਚ ਕੋਈ ਇਹਨਾਂ ਨੂੰ ਕੋਈ ਕਹਿੰਦੇ ਨੇ ਕਿ ਆਕਸੀਜਨ ਵੀ ਮਿਲਣੀ ਚਾਹੀਦੀ ਤੇ ਉਹਦਾ ਕੀ ਤਰੀਕੇਕਾਰ ਹੈ? ਆਕਸੀਜਨ ਇਹ ਇੰਦੀ ਹੈ ਨਾ ਕਿ ਵੇਖੋ ਨਾ ਤੁਸੀਂ ਪਾਣੀ ਚਲਾਇਆ ਉੱਤੋਂ ਡਿੱਗੇਗਾ ਲਹਿਰ ਬਣੇਗੀ, ਉਹਦੇ ਵਿੱਚ ਆਟੋਮੈਟਿਕਲੀ ਆਕਸੀਜਨ ਜਿਹੜੀ ਕਮੀ ਹੋਏਗੀ ਉਹ ਪੂਰੀ ਹੋ ਜਾਏਗੀ। ਅੱਛਾ ਉਹ ਮੂਵਮੈਂਟ ਹੁੰਦੀ ਰਹੇ ਤੇ ਉਹ ਪਾਣੀ ਤੇ ਗਿਰਨ ਦੀ ਵਜ੍ਹਾ ਹੀ ਆਕਸੀਜਨ ਬਣੇਗੀ। ਅੱਛਾ ਤੀਸਰੀ ਗੱਲ ਮੈਨੂੰ ਇਹ ਦੱਸੋ, ਇਹਦੇ 'ਚ ਸੁਣਿਆ ਕਿ ਤੁਸੀਂ ਜਿਹੜਾ ਜਾਨਵਰਾਂ ਦਾ ਗੋਬਰ ਹੈ ਜਿਹੜਾ ਫੁਜ਼ਲਾ ਹੈ ਉਹ ਵੀ ਇਹਨਾਂ ਦੀ ਸੁਣਿਆ ਕਿ ਬੜੀ ਅੱਛੀ ਖੁਰਾਕ ਹੈ, ਗੱਲ ਠੀਕ ਹੈ? ਹਾਂਜੀ ਬਿਲकुल ਠੀਕ ਹੈ, ਰਊ ਪਾਲਦੀ ਗੋਏ ਤੇ ਜ਼ਿਆਦਾ ਬੇਸਿਕਲੀ। ਅੱਛਾ ਜਿਹਨੂੰ ਆਂਦੇ ਨੇ ਪਸੰਦੀਦਾ ਖੁਰਾਕ ਰਊ ਦੀ ਆਈ ਗੋਏ ਹੈ ਪਾਲਦੀ ਉਹਦੇ ਤੇ। ਅੱਛਾ ਇਹਦੇ 'ਚ ਹੁਣ ਇੱਕ ਫਾਰਮਰ ਨੇ ਤਲਾਬ ਵੀ ਬਣਾ ਲਿਆ ਸਾਰਾ ਕੁਝ, ਕਿੱਡਾ ਸੋਹਣਾ ਲੱਗਦਾ ਪਿਆ, ਨਿੱਕੀ ਨਿੱਕੀ ਮੱਛਲੀਆਂ ਦੇ ਬੱਚੇ ਨੇ ਜਿਹੜੇ ਜਨਾਬ ਗੋਲ ਦੇ ਗੋਲ ਫਿਰਦੇ ਨੇ ਪਏ। ਨਾਜ਼ਰੀਨ ਤੁਸੀਂ ਵੇਖਦੇ ਹੋ ਪਏ ਪਾਣੀ ਦੀ ਸਤਹ ਤੇ ਕਿਤਨੀ ਪਿਆਰੀ ਮੂਵਮੈਂਟ ਲੱਗ ਰਹੀ ਹੈ ਔਰ ਬੱਚੇ ਤਾਂ ਚੰਗੇ ਲੱਗਦੇ ਨੇ, ਚਾਹੇ ਫਿਸ਼ ਦੇ ਕਿਉਂ ਨਾ ਹੋਣ, ਬੱਚੇ ਦਾ ਬੱਚਾ ਹੀ ਹੁੰਦਾ ਹੈ ਔਰ ਬੱਚੇ ਬੜੇ ਮਾਸੂਮ ਹੁੰਦੇ ਨੇ। ਇਹ ਉਹੀ ਗੱਲ ਹੈ, ਵਾਕਿਆ ਦੇਖੋ ਇਹਨਾਂ ਦੀ ਅਟਕੇਲੀਆਂ, ਇਹਨਾਂ ਦਾ ਉਛਲਣਾ ਔਰ ਇਹਨਾਂ ਦਾ ਡਾਈਵ ਕਰਨਾ ਬੜਾ ਸੋਹਣਾ ਲੱਗਦਾ ਪਿਆ। ਅੱਛਾ ਇਹ ਦੱਸੋ ਕਿ ਜੋ ਫਾਰਮਰ ਨੇ ਸਾਰੇ ਕੰਮ ਕਰ ਲਿਆ ਉਹਨੇ ਤੇ ਨੀਰਾ ਉਹਨੇ ਪੂਰੀ ਸਾਲ ਉਹਦੀ ਖਿਦਮਤ ਕਰਨੀ ਹੈ ਤੇ ਉਹ ਇਰਦ ਗਿਰਦ ਜਿਹੜਾ ਉਹਦਾ ਰਕਬਾ ਹੈ ਜਿਹਦੇ ਤੇ ਉਹਦੀ ਜਿਹੜਾ 5 ਫੁੱਟ ਉਹਦੀ ਬੈਲਟ ਬਣਾਉਣੀ ਹੈ ਤੇ 10 ਫੁੱਟ ਦੀ ਚੌੜੀ ਹੋਣੀ ਹੈ, ਹਾਈਟ ਜਿਹੜੀ ਹੈ 5 ਤੋਂ 6 ਫੁੱਟ ਹੁੰਦੀ ਹੈ, ਕਿਆ ਉਹਦੇ ਉੱਤੇ ਹੋਰ ਵੀ ਕੋਈ ਕਾਰੋਬਾਰ ਕਰ ਸਕਦਾ ਹੈ? ਮੁਮਕਿਨ ਹੈ ਇਹੋ ਜਿਹੀ ਗੱਲ? ਜੀ ਬਿਲਕੁਲ, ਜਿਹੜੇ ਬਾਨੇ ਉਹਨਾਂ ਤੇ ਆਪਣੇ ਉਹ ਫਲਦਾਰ ਪੌਦੇ ਲਾ ਸਕਦਾ, ਜਿਵੇਂ ਆ ਤੁਹਾਡੇ ਸਾਹਮਣੇ ਲੱਗੇ ਨੇ, ਕਿੰਨੂ ਹੈ, ਮਸੰਮੀ ਹੈ, ਮਾਲਟ ਹੈ, ਅਮਰੂਦ, ਜਾਮਨੂ, ਅੰਬ ਵਗੈਰਾ। ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕੋਈ ਵੀ ਫਲਦਾਰ ਪੌਦਾ ਲਾਇਆ ਜਾ ਸਕਦਾ। ਅੱਛਾ ਉਹਨਾਂ ਪੌਦਿਆਂ ਦੇ ਉੱਤੇ ਪਰਿੰਦੇ ਬੈਠਣਗੇ, ਪਰਿੰਦੇ ਵਿਠਾਂ ਕਰਨਗੇ, ਉਹ ਫਾਰਮ 'ਚ ਡਿੱਗੇਗੀ, ਉਹ ਮੱਛਲੀ ਉਹ ਖਾਏਗੀ, ਉਹ ਵੀ ਨਾ ਜ਼ਾਇਆ ਹੋਏਗੀ, ਉਹ ਵੀ ਨਾ ਜ਼ਾਇਆ ਹੋਏਗੀ। ਅੱਛਾ ਤੇ ਇਹ ਤੇ ਹੋ ਗਿਆ ਸੀ ਬੰਨਿਆਂ ਦੇ ਜਿਹੜਾ ਸਾਰੇ, ਜਿਸ ਤਰ੍ਹਾਂ ਮੇਰੇ ਨਾਜ਼ਰੀਨ ਤੁਸੀਂ ਕੈਮਰੇ ਤੋਂ ਦੇਖ ਰਹੇ ਹੋ ਕਿ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਕਿ ਕਿਨਾਰਿਆਂ ਦਰਖਤ ਲੱਗੇ, ਪੌਦੇ ਲੱਗੇ ਨੇ, ਉਹਦੇ ਸਬਜ਼ੀਆਂ ਲੱਗੀਆਂ ਨੇ, ਕੱਦੂ ਦੀ ਬੇਲ ਚੜਾਈ ਦੀ ਹੈ ਤੇ ਇਹ ਸਾਰਾ ਕੁਝ ਮੁਮਕਿਨ ਹੈ। ਇਹ ਤੁਹਾਡੀ ਹਿਕਮਤ ਹੈ ਕਿ ਤੁਸੀਂ ਇਹਨੂੰ ਕਿਸ ਤਰ੍ਹਾਂ ਕੰਮ ਲੈਂਦੇ ਤੇ ਕੀ ਗੱਲ ਅਗਰ ਕਿਆ ਐਸਾ ਵੀ ਮੁਮਕਿਨ ਹੈ ਮੈਂ ਇਸ ਫਾਰਮ ਦੇ ਉੱਤੇ ਮੱਛਲੀਆਂ ਦੇ ਪਲਣ ਨਾਲ ਕੋਈ ਹੋਰ ਵੀ ਜਾਨਵਰ ਪਾਲ ਸਕਣਾ, ਕੋਈ ਆਬੀ ਜਾਨਵਰ ਐਸਾ ਕੋਈ ਉਹਦੀ ਕੋਈ ਸਾਇੰਸ ਹੈ? ਕੋਈ ਬਤਖਾਂ ਤੋਂ ਹੀ ਰੱਖ ਸਕਦੇ ਹੋ, ਬਤਖਾਂ ਫਾਰਮਿੰਗ ਵਾਲੇ ਰੱਖ ਸਕਦੇ ਨੇ, ਹੈਚਰੀ ਵਾਲੇ ਨਹੀਂ ਰੱਖ ਸਕਦੇ, ਕਿਉਂਕਿ ਅਸਾਂ ਪਾਣੀ ਕਮ ਰੱਖਣਾ ਹੁੰਦਾ, ਕਿਉਂਕਿ ਅਸਾਂ ਜਾਲ ਲਾਣਾ ਹੁੰਦਾ, ਦੂਜੇ ਤੀਜੇ ਦਿਨ ਬੱਚਾ ਫੜ ਕੇ ਦੇਣਾ। ਬਤਖਾਂ ਅਸੀਂ ਨਹੀਂ ਰੱਖਦੇ। ਫਾਰਮਿੰਗ ਵਾਲੇ ਜਿਨ੍ਹਾਂ ਮੱਛਲੀ ਪਾਲਣੀ ਹੈ ਨਾ ਉਹ ਰੱਖ ਸਕਦੇ ਨੇ ਬਤਖਾਂ, ਕਿਉਂਕਿ ਉਹਨਾਂ ਪਾਣੀ ਜ਼ਿਆਦਾ ਹੋਣਾ, 5-6 ਫੁੱਟ ਵੱਡਾ ਬੱਚਾ ਆਏਗਾ, ਬਤਖ ਉਹਨੂੰ ਫੜ ਨਹੀਂ ਸਕਦੀ, ਨਾ ਇੰਨਾ 5-6 ਫੁੱਟ ਥੱਲੇ ਜਾ ਸਕਦੀ ਹੈ, ਠੀਕ ਹੈ। ਬਤਖਾਂ ਰੱਖੋ, ਬਤਖਾਂ ਵੇਟ ਵਗੈਰਾ ਜੋ ਵੀ ਗੰਦ ਵਗੈਰਾ ਕਰਨਗੀਆਂ ਉਹ ਵੀ ਮੱਛਲੀਆਂ ਖਾਣਗੇ, ਬਤਖਾਂ ਤੁਹਾਡੀਆਂ ਅਲੱਗਾ ਬਿਜ਼ਨਸ ਆ ਵੀ ਅਲੱਗਾ ਹੋ ਜਾਏਗਾ, ਫਾਰਮਿੰਗ ਦਾ ਵੀ ਅਲੱਗਾ ਹੋ ਜਾਏਗਾ। ਪੌਦੇ ਲਗਾਉਣੇ ਨੇ ਪੌਦੇ ਲਗਾ ਲਓ, ਭੈਂਸਾਂ ਰੱਖਣੀਆਂ ਨੇ, ਇੱਕ ਮੁਲਾਜ਼ਮ ਜਿਹੜਾ ਤੁਸੀਂ ਰੱਖਣਾ ਹੈ, ਠੀਕ ਹੈ, ਉਹੀ ਤੁਸੀਂ ਉੱਥੇ ਆਪਣੀ ਭੈਂਸਾਂ ਰੱਖ ਲਓ, ਵੱਛੇ ਰੱਖ ਲਓ, ਕੋਈ ਬੱਕਰੀਆਂ ਰੱਖ ਲਓ, ਜੋ ਕਰਨਾ। ਇੱਕ ਬੰਦੇ ਨੇ ਫਾਰਮਿੰਗ ਵੀ ਸਾਂਭਣੀ, ਉਹ ਵੀ ਸਾਂਭਣੀ ਹੈ, ਇੱਕੋ ਹੀ ਬੰਦਾ ਇੰਨੇ ਤੁਹਾਡੇ ਕੰਮ ਕਰ ਸਕਦਾ ਵੇ। ਇਹਦਾ ਆ ਫਾਇਦਾ। ਹੁਣ ਜਿੱਥੇ ਫਸਲ ਲੱਗਦੀ ਹੈ, ਚਾਵਲ ਲੱਗਦੀ ਹੈ, ਗੰਦਮ ਲੱਗਦੀ ਹੈ, 6-6 ਮਹੀਨੇ ਇੰਨੀ 1 ਏਕੜ 'ਚ ਗੰਦਮ ਨਾਲ ਚਾਵਲ ਬਚਤ ਦਿੰਦੀ ਹੈ ਜਿੰਨੇ ਮੱਛਲੀ ਦੇ ਛੱਡਦੀ ਹੈ। ਅੱਛਾ ਇੱਕ ਆਖਰੀ ਗੱਲ ਤੁਸੀਂ ਬੜੀ ਕੰਮ ਦੀ ਕੀਤੀ ਹੈ ਕਿ ਮੇਰੇ ਕਿਸਾਨਾਂ ਨੂੰ ਤੁਸੀਂ ਕਿਹਾ ਭਾਈ ਜੀ ਤੁਸੀਂ ਜਿਹੜੀ ਹੈ ਨਾ ਰਵਾਇਤੀਆਂ ਫਸਲਾਂ ਤੋਂ ਹਟ ਜਾਵੋ, ਜੇਕਰ ਤੁਹਾਡੇ ਇਲਾਕੇ 'ਚ ਅਕਲਰਾਠੀ ਰਕਬਾ ਹੈ ਤੇ ਤੁਸੀਂ ਥੋੜ੍ਹਾ ਜਿਹਾ ਮਿਹਨਤ ਕਰਕੇ ਇਸ ਕਾਰੋਬਾਰ ਦਾ ਤੁਸੀਂ ਮੈਂ ਇੱਕ 5 ਏਕੜ ਦੀ ਇਨਵੈਸਟਮੈਂਟ ਕਿੰਨੀ ਹੈ ਔਰ 1 ਸਾਲ ਬਾਅਦ ਉਹ 5 ਏਕੜ ਤੋਂ ਉਹਦੇ ਮੁਕੱਦਰ ਦੇ ਨਾਲ ਮੁਕੱਦਰਾਂ ਤੋਂ ਨਾਲ ਅਸੀਂ ਵਾਪਸਤਾ ਕਰਾਂਗੇ ਨਾ ਤੇ ਮਾਰਕੀਟ ਦਾ ਰੇਟ ਚੰਗਾ ਹੋਵੇ ਤੇ ਨਾਰਮਲ ਤੋਂ ਨਾਰਮਲ ਉਹ ਘੱਟੋ ਘੱਟ ਕਿੰਨਾ ਕੁ ਅਗਰ ਸਪੋਜ਼ ਅਸੀਂ ਕਰਨੇ ਆ ਕਿ ਇੱਕ 5 ਏਕੜ ਦੇ ਉਹਦੇ ਸਾਰਾ ਬੈੱਡ ਬਣਾਉਣ ਤੱਕ ਸਾਰਾ ਕੁਝ ਕਰਨਗੇ 15 ਲੱਖ ਰੁਪਏ ਅਬਾਊਟ ਉਹਦਾ ਖਰਚਾ ਆ ਜਾਂਦਾ ਹੈ
ठीक है ना बनाने दे एक असी जो खर्चा कढ़िया कि जो ट्रैक्टर के नाल जो कारोबार करते हैं मशीन गड़े बनाती है बैड बनाती है सारा कुछ करती है ये सारा कोई 1.5 लाख रुपये 1 एकड़ का खर्चा आ जाता है असी 5 लाख एकड़ के 10 लाख कर ली फिश पा के सारा कुछ खर्चा असी 15 लाख करना 15 लाख के उत्ते 1 साल बाद मेरा फार्मर किन्ने को प्रॉफिट कमाता है पहले साल तो कोई बचत नहीं देखो जी जो असासे ते तुसां पैसे लाने ने वो कारोबार च नहीं शामिल करने क्यों वो तो तुसें बनाना ही बनाना है ठीक है फार्म बनाओगे तो अगों कमाओगे ना जो उन्होंने तुसीं अलहदा करना वो इनू ये नहीं शिफ्ट करना है क्यों एक 10 लाख लाया तो हुण 10 लाख की मच्छी कड्ढी तो आख्या जी पहले साल तो खर्चा करना बनाओगे तो इन्ना होएगा ना जे तुसीं 5 एकड़ का तुहाडा फार्म है वो 6 तो 7 हज़ार तादाद मछली के बच्चे की पानी है ठीक है तो खुराक 1 एकड़ की जी होंगी है 150 मन पाउडर होंदा उस हिसाब नाल तुसीं 5 ते डिवाइड कर लिया जे उस हिसाब नाल तुसां खुराक पानी है तो इहदा जिन्ना गुड़ पाना जे तो उन्ना तुहानूं मिठा मिलना जिन्नी अच्छी खुराक पाओगे उन्ना ज़्यादा मछली ग्रोथ करेगी वजन करेगी जिन्नी ज़्यादा मछली वड्डी होएगी उन्ना ज़्यादा मंडी दे विच तुहाडा रेट लगेगा मछली का जिन्ना घट वजन होएगा उन्ना घट रेट लगेगा इहदा ब्रैलर चूचे वाला हिसाब नहीं जे है कि जी रेट लग गया ना लगा तो डुब गए जे लग गया तो तर गए ना जिन्नी वड्डी मछली होएगी जिन्ना वजन ज़्यादा होएगा उन्ना अच्छा रेट लगेगा जिन्ना घट मछली का वजन होएगा उन्ना घट रेट लगेगा अच्छा ये जो वजन की गल की तो तुसीं नाल गल दूजी नाल पाबंद कर दिता है कि जिन्नी तुसीं खुराक ज़्यादा पाओगे हाँ जी ये खुराक का कोई टाइम है या जिहड़े मर्जी दिल कीता खुराक पा नहीं एक टाइम है एक देखो ना एक बंदा है वह भी एक टाइम होंदा खाण दा जो भुख लगनी होनी खानी है कि बेतुका ही खांदा फिरेगा ठीक है एंड इहदा है कि इहदी टाइमिंग होंदी है सुबह दो शाम नूं दो टाइमिंग इहदी खुराक कर दो मतलब 2 टाइम है सुबह 8-9 बजे कर दो शाम नूं 4 तो 5 बजे कर दो तो सुबह टाइम जदों मछली उत्ते मूँह मारे आके फार्म के उत्ते मूँह आके मारे तो उन्होंने ये नहीं समझना भुखी है ਇਹਦਾ मतलब ऑक्सीजन की कमी हो गई है फार्म ਦੇ ਵਿੱਚ ठीक है फटाफट मोटर चला दो ताज़ा पानी छड़ दो तो किसान भराओ यह गल बड़ी काम की इन्हें दसी है कि जो तुहानू मछली नज़र आवे जिस तरह तुहानू मछली असले नज़र आ रही है कि बच्चे जिहड़े ने उत्ते नज़र आ रहे हैं अपनी एक सतह के उत्ते तो ये आवे तो यदा मतलब ये नहीं है भुखी है यदा मतलब है कि ये ऑक्सीजन की कमी है तो तुसीं इहनूं फटाफट मोटर चला लेनी ये गल बड़ी काम की है तो तुसीं हुण ये दसो कि खुराक जो अच्छी पा लई तो वो खुराक के अगे भी गल्लां दसी इस तो इलावा कोई होर गल्लां ऐसियां है ना जिहड़ियां रह गई मछली कदी भी भुखी नहीं मरदी जदों भी मच्छी मरी है डैड होई है राजी मरी है हाँ जी अहमद साहब तुहानूं रब दीयां रखां बड़ियां सोहणियां गल्लां कीतियां ने दिल नूं लगदियां ने ते सच्चियां ते सुथरियां गल्लां कीतियां ने एक जब सच्ची ते सुथरी गल एक होर कर दिओ ते मेरे किसानां दा भला हो जाएगा 2 नंबरी हर कारोबार च पाई जांदी है नवां किसान नवां कारोबार च आने वाला ਉਹਨੂੰ किस पासे ध्यान रखना चाहिए वैरायटी के हवाले नाल क्योंकि किसी वैरायटी की कीमत ज़्यादा किसी की घट है तो जरा उस हवाले नाल जरा मेरे किसानों दस छेड़ो तो तुहाडे बड़े ममनून रहणगे ਜਿਹੜਾ ਥੈਲਾ ਤੇ ਹਾਈਬ੍ਰਿਡ ਹੁੰਦਾ ਹੈ ਨਾ ਇਹ ਮਿਲਦੇ ਜੁਲਦੇ ਹੁੰਦੇ ਨੇ ਕਈ ਲੋਕ ਹਾਈਬ੍ਰਿਡ ਨੂੰ ਥੈਲਾ ਕਹਿ ਕੇ ਦੇ ਛੱਡਦੇ ਨੇ ਥੈਲਾ ਨਿਆਬ ਨਸਲ ਹੁੰਦੀ ਹੈ ਠੀਕ ਹੈ ਤੇ ਜਿਹਦੇ ਵਿੱਚ ਲੋਕੀ ਕਹਿੰਦੇ ਨੇ ਆ ਥੈਲਾ ਹੀ ਲਾਈਓ ਕਈ ਝੂਠ ਮਾਰ ਛੱਡਦੇ ਨੇ ਜਿਹਨੂੰ ਕਈਆਂ ਨੂੰ ਪਤਾ ਹੀ ਨਹੀਂ ਆ ਰਹੂ ਹੈ ਗਰਾਸ ਹੈ ਸਿਲਵਰ ਹੈ ਮਰਾਕੀ ਕਿਸੇ ਨੂੰ ਪਤਾ ਹੀ ਨਹੀਂ ਹੈ ਜਿਹੜੇ ਨਵੇਂ ਫਾਰਮਰ ਹੁੰਦੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਹੁੰਦਾ ਤੇ ਕਈ ਵਿੱਚ ਝੂਠ ਮਾਰਦੇ ਨੇ ਜਦੋਂ ਵਿਚਾਰਿਆਂ ਦੀ ਸਾਲ ਬਾਅਦ ਮਿਹਨਤ ਨਿਕਲਦੀ ਹੈ ਬਾਅਦੋਂ ਕੱਢਦੇ ਨੇ ਉਹ ਵੇਚਣ ਵਾਸਤੇ ਮਿਹਨਤ ਕਰਕੇ ਬਾਅਦੋਂ ਮੰਡੀ 'ਚ ਲਿਜਾਂਦੇ ਉਦੋਂ ਬਾਅਦੋਂ ਪਤਾ ਲੱਗਦਾ ਰਹੂ ਵਿੱਚ ਘੱਟ ਹੈ ਸਿਲਵਰ ਹੈ ਨਹੀਂ ਚੋਕਾ ਮਰਾਕੀ ਵਿੱਚ ਪਾ ਛੜੀ ਹੈ ਥੈਲਾ ਹੈ ਨਹੀਂ ਹਾਈਬ੍ਰਿਡ ਚਲਾ ਗਿਆ ਸਾਰਾ ਤੇ ਇੰਜ ਲੋਕ ਜਿਹੜੇ ਫਾਰਮਰ ਨया ਹੁੰਦਾ ਨਾ ਉਹਦਾ ਦਿਲ ਉੱਠ ਜਾਂਦਾ ਉਹ ਆਂਦਾ ਹੈ ਹੀ 2 ਨੰਬਰ ਹੀ ਮੈਂ ਕੰਮ ਹੀ ਕਰਨੇ ਉਹ ਅੱਗੋਂ ਫਿਰ ਦਸਾਂ ਨੂੰ ਦੱਸਦਾ ਕਿ ਆਹ ਕੰਮ ਨਾ ਕਰਿਆ ਜੇ ਯਾਰ ਇਹਦੇ 'ਚ ਘਾਟਾ ਜੇ 2 ਨੰਬਰ ਹੀ ਉਹਦੇ ਲਈ ਕੀ ਕਰੇ ਫਾਰਮਰ ਉਹਦੇ ਲਈ ਕੀ ਕਰੇ ਉਹਨੂੰ ਪਤਾ ਵੀ ਨਹੀਂ ਹੈ तो वो लिए की होना चाहिए है कि वो किसी मिडलमैन लभे किसी ब्रोकर लभे या की करे नहीं वो पहला आके हैचरी वाले नाल मिले जिन्हें बच्चा सेल करते हैं जिसे तुहानूं ट्रस्ट होवे पहला तहकीक करे हुण तो जदीद दौर है यूट्यूब वगैरह सारा कुछ नैट हर बंदे खोली है जदीद दौर है उत्थे वेख ले रहू फिश केड़ी है ग्रास केड़ी है मराकी केड़ी हाईब्रिड केड़ी थैला या जिहड़ी हैचरी वाले कोल जाए उन्होंने आखे मैनूं 5 नस्लां पहलां अलहदा दिखाओ जिहड़ी उन्हें नस्ल पाना चाह रहा उन्होंने कहो कि मैनूं अलहदा दिखाए उहदे कोल फिर पुछे आ रहू है सिल्वर है मराकी है हाईब्रिड थैला ਜਿਹੜੇ ਫਿਰ ਫਾਰਮਿੰਗ ਕਰਦੇ ਨੇ ਜੇ ਉਹਦੇ ਤੇ ਨਹੀਂ ਟਰਸਟ ਉਹਦੇ ਕੋਲ ਜਾ ਕੇ ਤਹਿਕੀਕ ਕਰ ਲੈ ਕਿ ਆ ਬਿਲਕੁਲ ਠੀਕ ਹੈ ਤੇ ਇੰਜ ਜਾ ਕੇ ਆਪਣੀਆਂ ਨਸਲਾਂ ਪੂਰੀਆਂ ਲੈ ਲੈ ਲਓ ਕਿਸਾਨ ਭਰਾਓ ਫਿਰ ਨਾ ਕਹਿਣਾ ਕਿ ਅਸੀਂ ਤੁਹਾਨੂੰ ਦੱਸਿਆ ਨਹੀਂ ਸੀ ਸਾਨੂੰ ਸਾਰੀਆਂ ਗੱਲਾਂ ਖੜੀ ਕਰੀਆਂ ਤਾਂ ਛੜੀਆਂ ਨੇ ਇਹ ਤੁਹਾਡਾ ਕੰਮ ਹੈ ਅੱਖਾਂ ਖੋਲਣੀਆਂ ਦਿਮਾਗ ਨਾਲ ਕੰਮ ਲੈਣਾ ਇਹ ਸਾਡਾ ਕੰਮ ਨਹੀਂ ਸਾਡਾ ਕੰਮ ਸਿਰਫ ਇੰਨਾ ਸੀ ਮਾਲੀ ਦਾ ਕੰਮ ਪਾਣੀ ਦੇਣਾ ਮਾਲਕ ਫਲ ਲਾਵੇ ਜਾਂ ਨਾ ਲਾਵੇ ਤੇ ਇੱਕ ਹੋਰ ਗੱਲ ਕਰਨਾ ਚਾਹਾਂਗਾ ਆ ਨਵੀਂ ਜਿਹੜੀ ਲੋਕ ਬੱਚੇ ਨੇ ਜਿਹੜੇ
ਜਿਹੜੇ ਆਂਦੇ ਨੇ ਨੌਕਰੀ ਕਰਨੀ ਹੈ ਕਾਰੋਬਾਰ ਨਹੀਂ, ਜਿਹਦੇ ਕੋਲ ਜ਼ਮੀਨ ਹੈਗਾ ਕਾਰੋਬਾਰ ਕਰਕੇ ਵੇਖੋ ਤੇ ਸਹੀ, ਫੇਰ ਹੀ ਫਾਇਦਾ। ਨੌਕਰੀ ਲੱਭਦੀ ਨਹੀਂ, ਨਾ ਲੱਭੇ ਖਾਏ ਖਸਮਾਂ ਦਾ ਸਿਰ। ਆਂਦੇ ਨੌਕਰੀ ਲਈ ਤੂੰ ਸ਼ਹਿਰ ਨਾ ਜਾ, ਪਿੰਡ ਵਿੱਚ ਮੱਛਲੀ ਫਾਰਮ ਬਣਾ, ਮਿਹਨਤ ਖਰਚ ਦਿਨਾਂ ਨੂੰ ਘੱਟ, ਮੱਛਲੀ ਪਾਲ ਤੇ ਪੈਸੇ ਵੱਟ। ਜ਼ਿੰਦਾਬਾਦ ਜ਼ਿੰਦਾਬਾਦ। ਇੱਕ ਬੜੀ ਸੋਹਣੀ ਗੱਲ ਕਰਦੀ, ਮੇਲਾ ਲੁੱਟ ਲਿਆ ਨੇ, ਇਸੇ ਮੇਲੇ ਲੁੱਟਣ ਦੇ ਨਾਲ ਤੁਹਾਨੂੰ ਗੱਲ ਸਾਰੀ ਸਮਝ ਆ ਗਈ। ਨੌਕਰੀ ਨਾ ਕਰਿਓ ਜੇ, ਨੌਕਰੀ ਨਹੀਂ ਕਰਨੀ, ਆਪਣਾ ਕਾਰੋਬਾਰ ਕਰੋ, ਇਹ ਇਹਦੇ 'ਚ ਬੜੀ ਗੱਲ ਜੇ। ਅੱਲਾ ਹਾਫਿਜ਼।